ਇਹ ਵੀਡੀਓ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। This video is dedicated to Sri Guru Gobind Singh Ji's birthday। ਵਾਹ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਸਾਰੀ ਦੁਨੀਆ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਦੀ ਕੋਈ ਮਿਸਾਲ ਨਹੀਂ ਮਿਲਦੀ। ਉਹਨਾਂ ਵਰਗਾ ਨਾ ਕੋਈ ਹੋਇਆ ਹੈ ਤੇ ਨਾ ਕੋਈ ਹੋਣਾ ਹੈ। ਅਗਰ ਅਸੀਂ ਕੇਵਲ ਔਰੰਗਜ਼ੇਬ ਦੀਆਂ ਕਰਤੂਤਾਂ ਹੀ ਵੇਖੀਏ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਭਾਰਤ ਵਿੱਚ ਹਿੰਦੂ ਧਰਮ ਖਤਮ ਹੋ ਜਾਣਾ ਸੀ, ਕਿਉਂਕਿ ਉਸ ਟਾਈਮ ਹਿੰਦੂਆਂ ਵਿੱਚ ਇਤਨੀ ਤਾਕਤ ਤੇ ਹਿੰਮਤ ਨਹੀਂ ਸੀ ਕਿ ਇਸਲਾਮ ਦੀ ਜ਼ਾਲਮ ਤਲਵਾਰ ਦਾ ਟਾਕਰਾ ਕਰ ਸਕਦੇ। ਇਹ ਤਾਂ ਗੁਰੂ ਪਰਿਵਾਰਾਂ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਤੇਗ ਬਹਾਦਰ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਅਨੇਕ ਸਿੰਘਾਂ ਸਿੰਘਣੀਆਂ ਦੀਆਂ ਬੇਮਿਸਾਲ ਕੁਰਬਾਨੀਆਂ ਦਾ ਸਦਕਾ ਹੀ ਅੱਜ ਦਾ ਭਾਰਤ ਹੈ ਜੋ ਅਸੀਂ ਵੇਖ ਰਹੇ ਹਾਂ। ਫਕੀਰ ਸਾਈਂ ਬੁੱਲੇ ਸ਼ਾਹ ਸੂਫੀ ਕਵੀ ਨੇ ਠੀਕ ਹੀ ਆਖਿਆ ਹੈ, ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਤੇ ਬੇਜੋੜ ਸੰਘਰਸ਼ਮਈ ਜੀਵਨ ਬਾਰੇ ਲਿਖਣਾ ਸੂਰਜ ਨੂੰ ਦੀਵਾ ਦਿਖਾਉਣ ਦੇ ਬਰਾਬਰ ਹੈ। ਫਿਰ ਵੀ ਕੁਝ ਪੱਖ ਬਿਆਨ ਕਰਨ ਦੀ ਨਿਮਾਣੀ ਜੀ ਕੋਸ਼ਿਸ਼ ਕੀਤੀ ਹੈ। ਰੱਬੀ ਰੂਪ ਗੁਰੂ ਜੀ ਇੱਕ ਗ੍ਰਹਸਥੀ, ਪਰਉਪਕਾਰੀ, ਮਹਾਨ ਤਿਆਗੀ, ਧਾਰਮਿਕ ਰਹਿਬਰ ਅਤੇ ਉੱਚ ਕੋਟੀ ਦੇ ਵਿਦਵਾਨ ਹੋਣ ਦੇ ਨਾਲ ਮਹਾਨ ਕ੍ਰਾਂਤੀਕਾਰੀ ਯੋਧੇ ਤੇ ਜਰਨੈਲ ਵੀ ਸਨ। ਇੱਕ ਨਿਰਾਲੇ ਅਤੇ ਅਦੁੱਤੀ ਸਾਹਿਤਕਾਰ, ਸੰਗੀਤ ਰਸੀਏ ਅਤੇ ਸਾਹਿਤਕਾਰਾਂ ਅਤੇ ਵਿਦਵਾਨਾਂ ਦੇ ਕਦਰਦਾਨ ਸਨ ਅਤੇ ਲੋਕ ਰਾਜ ਦੇ ਮੋਢੀ ਸਨ। ਗੁਰੂ ਜੀ ਨੇ ਸਿੱਖਾਂ ਵਿੱਚ ਸਹਿਜਤਾ, ਚੜ੍ਹਦੀ ਕਲਾ ਦੇ ਜਜ਼ਬੇ ਅਤੇ ਜੋਸ਼ ਦਾ ਸੰਚਾਰ ਕੀਤਾ। ਗੁਰੂ ਸਾਹਿਬ ਜੀ ਨੇ ਸਮਾਜਿਕ, ਆਰਥਿਕ, ਧਾਰਮਿਕ, ਸੱਭਿਆਚਾਰਕ ਅਤੇ ਰਾਜਨੀਤਿਕ ਪੱਖ ਤੋਂ ਮਾਰੀ ਕੁੱਟੀ ਅਤੇ ਲੁੱਟੀ ਪੁੱਟੀ ਲੁਕਾਈ ਨੂੰ ਹੱਕ ਸੱਚ ਲਈ ਡਟ ਜਾਣ ਵਾਸਤੇ ਜਾਗਰਤ ਕੀਤਾ ਅਤੇ ਅਣਖ ਸਵੈਮਾਨ ਵਾਲਾ ਜੀਵਨ ਜੀਣ ਦੀ ਜਾਚ ਸਿਖਾਈ। ਲੋਕਾਂ ਨੂੰ ਅਹਿਸਾਸ ਕਰਾਇਆ ਕਿ ਉਹ ਬਲਹੀਣ ਨਹੀਂ ਹਨ, ਸਗੋਂ ਉਹਨਾਂ ਨੂੰ ਆਪਣੀ ਅੰਦਰਲੀ ਸ਼ਕਤੀ ਨੂੰ ਪਛਾਣਨ ਦੀ ਲੋੜ ਹੈ। ਹੱਕ ਮੰਗਿਆ ਨਹੀਂ ਮਿਲਦੇ, ਹੱਕ ਖੋਏ ਜਾਂਦੇ ਹਨ। ਕੋਊ ਕਿਸੀ ਕੋ ਰਾਜ ਨ ਦੇ ਹੈ, ਜੋ ਲੈ ਹੈ ਨਿਜ ਬਲ ਸਿਉ ਲੈ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਇਤਨਾ ਮਹਾਨ ਹੈ, ਉਹ ਇਤਨੇ ਗੁਣਾਂ ਦੇ ਮਾਲਕ ਹਨ ਕਿ ਸ਼ਬਦਾਂ ਵਿੱਚ ਬਿਆਨ ਕੀਤਾ ਜਾ ਹੀ ਨਹੀਂ ਸਕਦਾ। ਉਹ ਇਤਨੀ ਮਹਾਨ ਸ਼ਖਸੀਅਤ ਦੇ ਮਾਲਕ ਹਨ ਕਿ ਉਹਨਾਂ ਦੀ ਤੁਲਨਾ ਦੁਨੀਆ ਵਿੱਚ ਕਿਸੇ ਨਾਲ ਵੀ ਨਹੀਂ ਕੀਤੀ ਜਾ ਸਕਦੀ ਅਤੇ ਤਾਰੀਫ ਵਜੋਂ ਉਹਨਾਂ ਨੂੰ ਇੱਕ ਨਾਮ ਨਾਲ ਨਹੀਂ, ਸਗੋਂ ਸਾਰਾ ਪੰਜਾਬੀ ਭਾਈਚਾਰਾ ਉਹਨਾਂ ਨੂੰ ਸਤਿਕਾਰ ਵਜੋਂ ਉਹਨਾਂ ਦੇ ਮਹਾਨ ਕੰਮਾਂ ਕਰਕੇ ਅਸੀਂ ਇਹਨਾਂ ਨਾਵਾਂ ਨਾਲ ਯਾਦ ਕਰਦੇ ਹਾਂ, ਜਿਵੇਂ ਬਾਲਾ ਪ੍ਰੀਤਮ, ਦਸ਼ਮੇਸ਼ ਪਿਤਾ ਜੀ, ਬਾਜਾਂ ਵਾਲੇ, ਤਾਜਾਂ ਵਾਲੇ, ਕਲਗੀਆਂ ਵਾਲੇ, ਬਾਦਸ਼ਾਹ ਦਰਵੇਸ਼, ਨੀਲੇ ਘੋੜੇ ਵਾਲੇ ਪਾਤਸ਼ਾਹ, ਚੋਜੀ ਪ੍ਰੀਤਮ, ਪੰਥ ਦੇ ਵਾਲੀ, ਸ਼ਾਹੀ ਸ਼ਹਿਨਸ਼ਾਹ, ਅੰਮ੍ਰਿਤ ਦੇ ਦਾਤੇ, ਸਰਬੰਸਦਾਨੀ, ਦੁਸ਼ਟ ਦਮਨ, ਸ਼ਮਸ਼ੀਰ ਬਹਾਦਰ, ਸੰਤ ਸਿਪਾਹੀ, ਦਸਮ ਪਿਤਾ ਅਤੇ 10ਵੇਂ ਪਾਤਸ਼ਾਹ। ਦੌਲਤ ਰਾਏ ਆਪ ਭਾਵੇਂ ਸਿੱਖ ਨਹੀਂ ਸੀ, ਪਰ ਉਸ ਨੇ ਗੁਰੂ ਸਾਹਿਬ ਜੀ ਨੂੰ ਸਭ ਤੋਂ ਉੱਚੀ ਸ਼ਖਸੀਅਤ ਮੰਨਿਆ ਹੈ ਅਤੇ ਸਾਹਿਬੇ ਕਮਾਲ ਆਖ ਕੇ ਉਹਨਾਂ ਦੀ ਸ਼ਾਨ ਉਜਾਗਰ ਕੀਤੀ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 9 ਸਾਲ ਦੀ ਉਮਰ ਵਿੱਚ ਹੀ ਕਸ਼ਮੀਰੀ ਪੰਡਤਾਂ ਦਾ ਧਰਮ ਬਚਾਉਣ ਲਈ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕੁਰਬਾਨੀ ਵਾਸਤੇ ਚਾਂਦਨੀ ਚੌਕ ਦਿੱਲੀ ਭੇਜਿਆ। ਇਸ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ
ਹਿੰਦ ਦੀ ਚਾਦਰ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਹੀ ਮਨੁੱਖੀ ਅਧਿਕਾਰਾਂ ਦੀ ਸੰਸਥਾ ਦਾ ਜਨਮ ਹੋਇਆ ਹੈ। ਜਦੋਂ ਉਹਨਾਂ ਦੇ ਜੀਵਨ ਵੱਲ ਝਾਤ ਮਾਰਦੇ ਹਾਂ ਤਾਂ ਦੇਖਦੇ ਹਾਂ ਕਿ ਉਹਨਾਂ ਦਾ ਸਾਰਾ ਜੀਵਨ ਇੱਕ ਬੇਮਿਸਾਲ ਸੰਘਰਸ਼ ਸੀ ਅਤੇ ਕੁਰਬਾਨੀਆਂ ਨਾਲ ਭਰਿਆ ਹੋਇਆ। ਉਹ ਵੀ ਅਜਿਹਾ ਕਿ ਦੁਨੀਆ ਵਿੱਚ ਉਸ ਦੀ ਕੋਈ ਮਿਸਾਲ ਨਹੀਂ ਮਿਲਦੀ। ਇਸੇ ਕਰਕੇ ਕਿਸੇ ਸ਼ਾਇਰ ਨੇ ਕਿਹਾ ਹੈ, ਉਸ ਦੇ ਇੱਕ ਹੱਥ ਬਾਜ, ਉਸ ਦੇ ਦੂਜੇ ਹੱਥ ਘੋੜਾ, ਉਸ ਦੀ ਵਾਟ ਬਹੁਤ ਲੰਬੀ, ਉਸ ਦਾ ਸਮਾਂ ਬਹੁਤ ਥੋੜ੍ਹਾ। ਕਿੰਨੇ ਥੋੜ੍ਹੇ ਸਮੇਂ ਵਿੱਚ ਕਿੰਨੀਆਂ ਲੰਮੀਆਂ ਵਾਟਾਂ, ਕਿਤਨੇ ਲੰਬੇ ਪੈਂਡੇ ਤੈਅ ਕੀਤੇ। ਦੁਨੀਆ ਵਿੱਚ ਕੋਈ ਮਿਸਾਲ ਨਹੀਂ ਮਿਲਦੀ। ਜਦੋਂ ਉਹ ਜੋਤੀ ਜੋਤ ਸਮਾਏ, ਉਹਨਾਂ ਦੀ ਉਮਰ ਸਿਰਫ 42 ਸਾਲ ਦੀ ਸੀ। ਜ਼ਿੰਦਗੀ ਦਾ ਕੋਈ ਐਸਾ ਪੱਖ ਨਹੀਂ ਹੈ ਜਿਸ ਨੂੰ ਉਹਨਾਂ ਨੇ ਛੋਹਿਆ ਅਤੇ ਸੰਪੂਰਨਤਾ ਹਾਸਲ ਨਹੀਂ ਕੀਤੀ। ਚਾਹੇ ਉਹ ਤਿਆਗ ਦਾ ਪੱਖ ਲੈ ਲਓ, ਬਹਾਦਰੀ ਦਾ ਲੈ ਲਓ, ਵਿਦਵਤਾ ਦਾ ਲੈ ਲਓ। ਇੱਕ ਕਵੀ ਲਿਖਦੇ ਹਨ ਕਿ ਉਹਨਾਂ ਨੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਇਤਿਹਾਸ ਲਿਖਣ ਦਾ ਸੋਚਿਆ, ਪਰ ਜਦ ਉਹ ਬਚਿੱਤਰ ਨਾਟਕ ਵਿੱਚ ਪੜ੍ਹਦੇ ਹਨ, ਹੇਮਕੁੰਡ ਪਰਬਤ ਹੈ ਜਹਾਂ, ਸਪਤ ਸਿੰਘ ਸੋਭਤ ਹੈ ਤਹਾਂ, ਤਾਂ ਉਹ ਸੋਚਦੇ ਨੇ ਕਿ ਇਹ ਤਾਂ ਕੋਈ ਸੰਤ ਹਨ। ਪਰ ਜਦੋਂ ਉਹਨਾਂ ਦੀ ਸੰਤਗਿਰੀ ਪੜ੍ਹੀ ਤਾਂ ਉਹ ਸੋਚਦੇ ਨੇ ਕਿ ਇਹ ਕੋਈ ਮਹਾਨ ਸੰਤ ਹਨ। ਪਰ ਜਦੋਂ ਸੰਤ ਦਾ ਇਤਿਹਾਸ ਲਿਖਣ ਲੱਗਿਆ ਤਾਂ ਅੱਖਾਂ ਅੱਗੇ ਸਤਿਗੁਰੂ ਜੀ ਦੇ ਯੁੱਧ ਆਉਂਦੇ ਹਨ, ਭੰਗਾਣੀ ਦਾ ਯੁੱਧ ਆਉਂਦਾ ਹੈ। ਜਦੋਂ ਸਤਿਗੁਰੂ ਜੀ ਕਹਿੰਦੇ ਨੇ, ਭਈ ਜੀਤ ਮੇਰੀ ਕਿਰਪਾ ਕਾਲ ਤੇਰੀ, ਤਾਂ ਉਹ ਕਹਿੰਦਾ ਹੈ ਕਿ ਇਹ ਕੋਈ ਸਿਪਾਹੀ ਹਨ। ਪਰ ਜਦੋਂ ਸਿਪਾਹੀ ਦੀ ਕਥਾ ਲਿਖਦਾ ਹੈ ਤਾਂ ਅੱਖਾਂ ਸਾਹਮਣੇ ਆਨੰਦਪੁਰ ਸਾਹਿਬ ਦਾ ਸਿੰਘਾਸਨ ਨਜ਼ਰ ਆਉਂਦਾ ਹੈ, ਜਿੱਥੇ ਪ੍ਰਸਾਦੀ ਹਾਥੀ ਚੌਰ ਕਰ ਰਿਹਾ ਹੈ। ਸੰਗਤਾਂ ਨਤਮਸਤਕ ਹੁੰਦੀਆਂ ਨੇ, ਕਲਗੀ ਸੱਜੀ ਹੋਈ ਹੈ, ਤਾਂ ਉਹ ਕਹਿੰਦਾ ਹੈ ਕਿ ਇਹ ਤਾਂ ਕੋਈ ਬਾਦਸ਼ਾਹ ਬੈਠਾ ਹੈ। ਪਰ ਜਦੋਂ ਉਹ ਬਾਦਸ਼ਾਹ ਦੀ ਕਥਾ ਲਿਖਦਾ ਹੈ ਤਾਂ ਅੱਖਾਂ ਸਾਹਮਣੇ ਮਾਛੀਵਾੜੇ ਦੇ ਜੰਗਲ ਦਾ ਹਾਲ ਹੈ, ਜਿੱਥੇ ਸਤਿਗੁਰੂ ਜੀ ਕਹਿੰਦੇ ਹਨ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ। ਤਾਂ ਉਹ ਸੋਚਦਾ ਹੈ ਕਿ ਇਹ ਕੋਈ ਦਰਵੇਸ਼ ਹੈ, ਇਹ ਕਿਸੇ ਦਰਵੇਸ਼ ਦੀ ਆਵਾਜ਼ ਹੈ। ਪਰ ਜਦੋਂ ਉਹ ਦਰਵੇਸ਼ ਦੀ ਕਥਾ ਲਿਖਦਾ ਹੈ ਤਾਂ ਅੱਖਾਂ ਸਾਹਮਣੇ 1699 ਦੀ ਵਿਸਾਖੀ ਦਾ ਦ੍ਰਿਸ਼ ਆਉਂਦਾ ਹੈ, ਜਦੋਂ ਗੁਰੂ ਰੂਪ ਹੋ ਕੇ ਸੀਸ ਦੀ ਮੰਗ ਕਰਦੇ ਨੇ, ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਨੇ, ਛਕਾਉਂਦੇ ਨੇ, ਪੰਥ ਸਾਜਦੇ ਨੇ, ਤਾਂ ਉਹ ਕਹਿੰਦਾ ਹੈ ਕਿ ਇਹ ਤਾਂ ਕੋਈ ਗੁਰੂ ਹੈ। ਪਰ ਜਦੋਂ ਪੰਜਾਂ ਪਿਆਰਿਆਂ ਕੋਲ ਨਤਮਸਤਕ ਹੋ ਕੇ ਉਹਨਾਂ ਕੋਲੋਂ ਅੰਮ੍ਰਿਤ ਦੀ ਦਾਤ ਮੰਗਦੇ ਨੇ ਕਿ ਮੈਨੂੰ ਵੀ ਅੰਮ੍ਰਿਤ ਛਕਾਓ ਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ, ਤਾਂ ਉਹ ਸੋਚਦਾ ਹੈ ਕਿ ਇਹ ਕੋਈ ਚੇਲਾ ਹੈ। ਪਰ ਜਦੋਂ ਉਹ ਚੇਲੇ ਦੀ ਕਥਾ ਲਿਖਦਾ ਹੈ ਤਾਂ ਪਾਉਂਟਾ ਸਾਹਿਬ ਦੇ ਨਗਮੇ ਯਾਦ ਆਉਂਦੇ ਹਨ। ਜਾਪ ਸਾਹਿਬ ਪਾਉਂਟਾ ਸਾਹਿਬ ਲਿਖਿਆ ਹੈ ਤੇ ਚੁਪਈ ਸਾਹਿਬ ਭਿਭੌਰ ਸਾਹਿਬ ਲਿਖਿਆ ਹੈ। ਅਤੇ ਸਤਿਗੁਰੂ ਇਹ ਵੀ ਕਹਿੰਦੇ ਹਨ, ਜਲੇ ਹਰੀ ਥਲੇ ਹਰੀ, ਉਰੇ ਹਰੀ ਬਨੇ ਹਰੀ। ਜਲਸ ਤੁਹੀਂ ਥਲਸ ਤੁਹੀਂ, ਨਦਿਸ ਤੁਹੀਂ ਨਦਸ ਤੁਹੀਂ, ਤੁਹੀਂ 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 ਤੁਹੀਂ, ਤੁਹੀਂ 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 ਤੁਹੀਂ। ਜਦੋਂ ਰਾਏ ਕੱਲਾ ਜੀ ਪਾਸ ਗੁਰੂ ਸਾਹਿਬ ਠਹਿਰਦੇ ਨੇ ਤਾਂ ਨੂਰਾ ਮਾਹੀ ਨੇ ਸਰਹੰਦ ਦਾ ਸਾਰਾ ਹਾਲ ਰੋਂਦੇ ਰੋਂਦੇ ਸੁਣਾਇਆ, ਜੋ ਗੁਰੂ ਸਾਹਿਬ ਅਡੋਲ ਬੈਠੇ ਸੁਣਦੇ ਰਹੇ। ਅਤੇ ਸਹਿਜ ਸੁਭਾਅ ਇੱਕ ਦੱਬ ਦੇ ਬੂਟੇ ਦੀ ਜੜ ਫੋਲਦੇ ਰਹੇ। ਵਾਰਤਾ ਖਤਮ ਹੁੰਦਿਆਂ ਦੱਬ ਦਾ ਬੂਟਾ ਵੀ ਪੁੱਟਿਆ ਗਿਆ ਤਾਂ ਗੁਰੂ ਸਾਹਿਬ ਜੀ ਬੋਲੇ, ਮੇਰੇ ਵੀਰ ਸਪੁੱਤਰ ਮਰੇ ਨਹੀਂ, ਅਮਰ ਹੋ ਗਏ ਹਨ ਅਤੇ ਵਾਹਿਗੁਰੂ ਦੀ ਗੋਦ ਵਿੱਚ ਜਾ ਬਿਰਾਜੇ ਹਨ। ਇਸ ਮੁਰਦਾ ਕੌਮ ਵਿੱਚ ਉਹ ਜਾਨ ਪਾ ਗਏ ਹਨ। ਹੁਣ ਇਹ ਕੌਮ ਉੱਠ ਖੜੇਗੀ ਅਤੇ ਜ਼ਾਲਮਾਂ ਦਾ ਨਾਸ ਕਰ ਦੇਵੇਗੀ। ਇਨ੍ਹਾਂ ਮੁਗਲਾਂ ਦੇ ਜ਼ੁਲਮ ਦੀ ਜੜ ਪੁੱਟੀ ਗਈ ਹੈ। ਸਰਹੰਦ ਦੀ ਇੱਟ ਨਾਲ ਇੱਟ ਖੜਕੇਗੀ
ਅਤੇ ਖਾਲਸੇ ਦੀ ਜੈ ਹੋਵੇਗੀ ਅਤੇ ਮੁਗਲ ਰਾਜ ਦਾ ਅੰਤ ਹੋਵੇਗਾ। ਇਸ ਕੰਮ ਲਈ ਗੁਰੂ ਸਾਹਿਬ ਨੇ ਮਾਧੋ ਦਾਸ ਬੈਰਾਗੀ ਬੰਦਾ ਬਹਾਦਰ ਨੂੰ ਖੰਡੇ ਬਾਟੇ ਦੀ ਪਹੁਲ ਅੰਮ੍ਰਿਤ ਛਕਾ ਕੇ ਉਸ ਦੀ ਕਾਇਆ ਕਲਪ ਕਰਕੇ ਜਬਰ ਜ਼ੁਲਮ ਦਾ ਨਾਸ ਕਰਨ ਹਿੱਤ ਜ਼ਾਲਮ ਅਤੇ ਜਾਬਰ ਨੂੰ ਸਬਕ ਸਿਖਾਉਣ ਲਈ ਪੰਜਾਬ ਵੱਲ ਨੂੰ ਭੇਜਿਆ, ਜਿਸ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਤੇ ਨਵਾਬ ਵਜ਼ੀਰ ਖਾਂ ਤੇ ਸੁੱਚਾ ਨੰਦ ਨੂੰ ਉਹਨਾਂ ਦੇ ਕਰਮਾਂ ਦੀ ਸਜ਼ਾ ਦਿੱਤੀ ਅਤੇ ਖਾਲਸਾ ਰਾਜ ਦੀ ਸਥਾਪਨਾ ਕੀਤੀ। ਜਦੋਂ ਆਪ ਨੇ ਮੁਗਲੀਆ ਹਕੂਮਤ ਦੇ ਜ਼ੁਲਮਾਂ ਦੀ ਦਾਸਤਾਨ ਲਿਖ ਕੇ ਔਰੰਗਜ਼ੇਬ ਨੂੰ ਜ਼ਫਰਨਾਮਾ ਭੇਜਿਆ, ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਨਾ ਤੂੰ ਧਾਰਮਿਕ ਹੈ, ਨਾ ਬਹਾਦਰ ਹੈ ਤੇ ਨਾ ਚੰਗਾ ਰਾਜਨੀਤਿਕ ਹੈ। ਤੁਸੀਂ ਕੁਰਾਨ ਦੀਆਂ ਸਹੁੰ ਖਾ ਕੇ ਤੋੜੀਆਂ ਹਨ। ਕੁਰਾਨ ਦੀ ਸਿੱਖਿਆ ਦੇ ਉਲਟ ਮਾਸੂਮ ਬੱਚਿਆਂ ਦਾ ਕਤਲ ਕੀਤਾ ਹੈ। ਤੂੰ ਪਰਜਾ ਨਾਲ ਬੇਇਨਸਾਫੀ ਕਰਦਾ ਹੈ। ਜਦੋਂ ਸਾਰੇ ਹੀਲੇ ਖਤਮ ਹੋ ਜਾਣ ਫੇਰ ਤਲਵਾਰ ਉਠਾਉਣਾ ਯੋਗ ਹੁੰਦਾ ਹੈ। ਇਸ ਲਈ ਅਸੀਂ ਦੁਨੀਆ ਦੇ ਭਲੇ ਲਈ, ਹੱਕ ਸੱਚ ਲਈ ਤਲਵਾਰ ਉਠਾਈ ਹੈ। ਤੂੰ ਧਾਰਮਿਕ ਹੋਣ ਦਾ ਵਿਖਾਵਾ ਕਰਦਾ ਹੈ, ਅਸਲ ਵਿੱਚ ਤੂੰ ਕਪਟੀ, ਜ਼ਾਲਮ ਅਤੇ ਧੋਖੇਬਾਜ਼ ਹੈ। ਤੈਨੂੰ ਮਕਾਰੀ ਧੋਖੇਬਾਜ਼ ਚਾਲਾਂ ਉੱਤੇ ਮਾਣ ਹੈ। ਮੈਨੂੰ ਸੱਚਾਈ ਅਤੇ ਪਰਮਾਤਮਾ ਉੱਤੇ ਵਿਸ਼ਵਾਸ ਹੈ। ਜ਼ਫਰਨਾਮਾ ਪੜ੍ਹ ਕੇ ਉਸ ਦੇ ਮਨ 'ਤੇ ਐਸਾ ਅਸਰ ਹੋਇਆ ਕਿ ਫਿਰ ਉਹ ਉੱਠ ਨਾ ਸਕਿਆ। ਆਪ ਜੀ ਨੇ ਜ਼ੁਲਮ ਦੇ ਖਿਲਾਫ ਲਗਭਗ 14 ਜੰਗਾਂ ਲੜੀਆਂ ਅਤੇ ਜਿੱਤੀਆਂ। ਚਮਕੌਰ ਦੀ ਜੰਗ ਦੁਨੀਆ ਦੇ ਇਤਿਹਾਸ ਵਿੱਚ ਬੇਮਿਸਾਲ ਹੈ, ਜਿਸ ਵਿੱਚ ਸਿਰਫ 40 ਭੁੱਖੇ ਭਾਣੇ ਸਿੰਘਾਂ ਨੇ 10 ਲੱਖ ਦੁਸ਼ਮਣ ਮੁਗਲ ਫੌਜ ਨਾਲ ਜੰਗ ਲੜੀ, ਜਿਸ ਵਿੱਚ 40 ਸਿੰਘਾਂ ਸਮੇਤ 2 ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ। ਅਤੇ ਆਖਰੀ ਜੰਗ ਖਿਦਰਾਣੇ ਦੀ ਢਾਬ ਹੋਈ, ਜਿਸ ਵਿੱਚ ਮੁੱਠੀ ਭਰ ਸਿੰਘਾਂ ਨੇ ਮੁਗਲ ਫੌਜ ਦੇ ਦੰਦ ਖੱਟੇ ਕੀਤੇ ਤੇ ਗੁਰੂ ਸਾਹਿਬ ਨੇ ਇੱਥੇ 40 ਮੁਕਤਿਆਂ ਨੂੰ ਵੀ ਮੁਕਤ ਕੀਤਾ ਤੇ ਬਦਾਵਾ ਵੀ ਪਾੜਿਆ। ਉਸ ਨੂੰ ਅੱਜ ਅਸੀਂ ਮੁਕਤਸਰ ਸਾਹਿਬ ਦੇਖਦੇ ਹਾਂ। ਇਹਨਾਂ ਲੜਾਈਆਂ ਵਿੱਚ ਗੁਰੂ ਸਾਹਿਬ ਨੇ ਸਿੱਧ ਕਰ ਦਿੱਤਾ ਕਿ ਇੱਕ ਇੱਕ ਸਿੰਘ ਅਣਗਿਣਤ ਦੁਸ਼ਮਣਾਂ ਦਾ ਦਲੇਰੀ ਨਾਲ ਸਾਹਮਣਾ ਕਰਨ ਦੀ ਸ਼ਕਤੀ ਰੱਖਦਾ ਹੈ। ਜਿਵੇਂ ਕਿ ਉਹਨਾਂ ਨੇ ਕਿਹਾ ਸੀ, ਚਿੜੀਓਂ ਸੇ ਮੈਂ ਬਾਜ ਤੁੜਾਊਂ, 1.25 ਲੱਖ ਸੇ ਇੱਕ ਲੜਾਊਂ, ਤਬੇ ਗੋਬਿੰਦ ਸਿੰਘ ਨਾਮ ਕਹਾਊਂ। ਦਸਮ ਗ੍ਰੰਥ ਦੀ ਅਤੇ ਹੋਰ ਕਈ ਰਚਨਾਵਾਂ ਦੀ ਰਚਨਾ ਕੀਤੀ। ਜਦੋਂ ਯੁੱਧਾਂ ਲੜਾਈਆਂ ਦੌਰਾਨ ਆਦਿ ਗ੍ਰੰਥ ਨਾ ਰਿਹਾ ਤਾਂ ਉਹਨਾਂ ਨੇ ਆਦਿ ਗ੍ਰੰਥ ਨੂੰ ਭਾਈ ਮਨੀ ਸਿੰਘ ਜੀ ਤੋਂ ਲਿਖਵਾਇਆ ਅਤੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਦਿੱਤਾ। ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਇਸ ਸ਼ਬਦ ਰਾਹੀਂ ਸਿੱਖਾਂ ਨੂੰ ਇਹ ਹੁਕਮ ਕੀਤਾ ਜੋ ਅਸੀਂ ਹਰ ਰੋਜ਼ ਸੁਣਦੇ ਹਾਂ, ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋ ਚਾਹੇ, ਖੋਜ ਸ਼ਬਦ ਮੈਂ ਲੇ। ਰਾਜ ਕਰੇਗਾ ਖਾਲਸਾ, ਆਕੀ ਰਹੇ ਨ ਕੋਏ, ਖੁਆਰ ਹੋਏ ਸਭ ਮਿਲेंगे, ਬਚੇ ਸ਼ਰਨ ਜੋ ਹੋਏ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇਮ ਦੇ, ਗੁਰ ਪਾਰ ਉਤਾਰ ਨਹਾਰ। ਅਤੇ ਹੁਕਮ ਕੀਤਾ ਕਿ ਹਰ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਆਰੰਭ ਕਰਨਾ। ਹਰ ਦੁੱਖ ਸੁੱਖ ਵੇਲੇ ਗੁਰਬਾਣੀ ਦਾ ਆਸਰਾ ਲੈਣਾ। ਬੜੀ ਸ਼ਰਧਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰਨਾ ਜਾਂ ਕਿਸੇ ਪੂਰਨ ਗੁਰਸਿੱਖ ਕੋਲੋਂ ਕਰਵਾਉਣਾ ਤੇ ਆਪ ਕੋਲ ਬੈਠ ਕੇ ਪਾਠ ਸਰਵਣ ਕਰਨਾ। ਮੁਸਲਮਾਨ ਸ਼ਾਇਰ ਅੱਲਾ ਯਾਰ ਖਾਂ ਜੋਗੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਹ ਕਹਿੰਦੇ ਹਨ, ਕਰਤਾਰ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ, ਤਾਰੀਫ ਵੋ ਕਮ ਹੈ। ਭਾਈ ਨੰਦ ਲਾਲ ਜੀ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਾਫੀ ਨੇੜੇ ਰਹੇ ਸਨ, ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਾਫੀ ਕੁਝ ਲਿਖਿਆ ਹੈ। ਉਹਨਾਂ ਵਿੱਚੋਂ ਕੁਝ ਇਸ ਤਰ੍ਹਾਂ ਹਨ, ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ,
ਈਜ ਦੇ ਮਨਜੂਰ ਗੁਰ ਗੋਬਿੰਦ ਸਿੰਘ, ਹੱਕ ਰਾ ਗੰਜੂਰ ਗੁਰ ਗੋਬਿੰਦ ਸਿੰਘ। ਜੁਮਲਾ ਫੈਜ਼ੋ ਨੂਰ ਗੁਰ ਗੋਬਿੰਦ ਸਿੰਘ, ਹੱਕ ਹੱਕ ਆਗਾ ਗੁਰ ਗੋਬਿੰਦ ਸਿੰਘ। ਸ਼ਾਹ ਸ਼ਹਿਨਸ਼ਾਹ ਗੁਰ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰ ਗੋਬਿੰਦ ਸਿੰਘ। ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ, ਕਾਦਰੇ ਹਰ ਕਾਰ ਗੁਰ ਗੋਬਿੰਦ ਸਿੰਘ। ਬੇਕਸਾਰਾ ਯਾਰ ਗੁਰ ਗੋਬਿੰਦ ਸਿੰਘ। ਇਸ ਦੇ ਇਹ ਅਰਥ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਹਾਇਕ ਹਨ ਅਤੇ ਵਿਜয়ੀ ਹਨ, ਅਕਾਲ ਪੁਰਖ ਦੇ ਪ੍ਰਵਾਨਿਤ ਹਨ, ਕਰਤਾਰ ਦੇ ਖਜ਼ਾਨਚੀ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਿਹਰ ਅਤੇ ਪ੍ਰਕਾਸ਼ ਸਰੂਪ ਹਨ। ਸੱਚ ਇਹ ਹੈ ਉਹ ਪਰਮਾਤਮਾ ਦੇ ਜਾਣੂ ਹਨ, ਉਹ ਸ਼ਹਿਨਸ਼ਾਹਾਂ ਦੇ ਵੀ ਸ਼ਾਹ ਹਨ, ਕੇਵਲ ਕਰਤਾਰ ਦਾ ਹੀ ਚਿੰਤਨ ਕਰਨ ਵਾਲੇ ਹਨ ਅਤੇ ਮਹਾਰਾਜਾ ਵੀ ਹਨ ਤੇ ਸੰਸਾਰ ਤੋਂ ਨਿਰਲੇਪ ਵੀ ਹਨ। ਉਹ ਹਰ ਕਾਰਜ ਕਰਨ ਲਈ ਸਮਰੱਥ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਿਆਸਰਿਆਂ ਦਾ ਆਸਰਾ ਹਨ। ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਨੇ ਦਸ਼ਮੇਸ਼ ਪਿਤਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਆਪਣੀ ਆਰਤੀ ਨਾਮਕ ਕਵਿਤਾ ਵਿੱਚ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ, ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ ਤੇਰੀ ਆਰਤੀ ਗਾਵਾਂ, ਮੈਂ ਕਿਹੜੇ ਸ਼ਬਦ ਦੇ ਬੂਹੇ ਤੇ ਮੰਗਣ ਗੀਤ ਅਜ ਜਾਵਾਂ। ਜੋ ਤੈਨੂੰ ਕਰਨ ਲਈ ਭੇਟਾ, ਮੈਂ ਤੇਰੇ ਦੁਆਰ ਤੇ ਆਵਾਂ। ਨੰਨੇ ਸੂਰਬੀਰਾਂ ਬਾਰੇ ਅੱਲਾ ਯਾਰ ਖਾਂ ਯੋਗੀ ਲਿਖਦੇ ਹਨ, ਹਮ ਜਾਨ ਦੇਖ ਕੇ औरों की जाने बचा चले, सिक्खी की नींव हम हैं सिरों पे उठा चले। गुरियाई का है किस्सा जहाँ में बना चले, सिखों की सल्तनत का है पौधा लगा चले। गद्दी से ताजो तख्त बस अब कौम पाएगी, दुनिया में जालमों का निशान तक मिटाएगी। फकीर साईं बुल्ले शाह सूफी कवि ने ठीक ही आख्या है, ना कहूँ अब की ना कहूँ तब की, अगर न होते गुरु गोबिंद सिंह सुन्नत होती सब की। वाहिगुरु जी का खालसा, वाहिगुरु जी की फतेह।